ਸਾਡਾ ਪੰਜਾਬ ਚੈਨਲ ਦੇ ਵਿੱਚ ਸਾਰਿਆਂ ਨੂੰ ਖੁਸ਼ ਆਮਦੇਦ। ਸੱਜਣੋ ਤੇ ਮਿੱਤਰੋ, ਭੈਣੋ ਤੇ ਭਰਾਓ, ਨਾਸਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਔਰ ਅੱਜ ਦਾ ਇੱਕ ਅਨੋਖਾ ਔਰ ਅਜੀਬ ਜਿਹਾ ਟੌਪਿਕ ਲੈ ਕੇ ਹਾਜ਼ਰ ਹਾਂ। ਸਾਡੇ ਜ਼ਿੰਦਗੀ ਦੇ ਵਿੱਚ ਅਕਸਰ ਇੱਕ ਲਫ਼ਜ਼ ਸੁਣਿਆ ਜਾਂਦਾ ਹੈ ਕਿ ਲੋਕੀ ਕੀ ਕਹਿਣਗੇ। ਹਾਂਜੀ, ਬੜਾ ਇਹ ਲਫ਼ਜ਼ ਸਾਡਾ ਪਿੱਛਾ ਕਰਦਾ, ਸਾਰੀ ਜ਼ਿੰਦਗੀ ਬਲਕਿ ਪਿੱਛਾ ਕਰਦਾ ਰਹਿੰਦਾ ਕਿ ਲੋਕੀ ਕੀ ਕਹਿਣਗੇ। ਅਸੀਂ ਕੋਈ ਫੈਸਲਾ ਕਰਨਾ ਚਾਹੁੰਦੇ ਹਾਂ, ਕੋਈ ਕੰਮ ਕਰਨਾ ਚਾਹੁੰਦੇ ਹਾਂ, ਕਿਸੇ ਧੀ ਪੁੱਤਰ ਭੈਣ ਭਰਾ ਦਾ ਜਾਂ ਆਪਣਾ ਕੋਈ ਸ਼ਾਦੀ ਵਿਆਹ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਵੀ ਇਹ ਲਫ਼ਜ਼ ਜਿਹੜਾ ਸਾਨੂੰ ਆਪਣੇ ਮੁਖਤਲਿਫ ਰਿਸ਼ਤੇਦਾਰਾਂ ਵੱਲੋਂ, ਮਹੱਲੇਦਾਰਾਂ ਵੱਲੋਂ ਔਰ ਜਿਹੜੇ ਨੈਗੇਟਿਵ ਕਿਸਮ ਦੇ ਲੋਕ ਨੇ, ਖਾਸ ਤੌਰ 'ਤੇ ਮੈਂ ਸਮਝਦਾ ਉਹਨਾਂ ਵੱਲੋਂ ਇਹ ਸਾਡੇ ਕੰਨਾਂ 'ਚ ਪਾਇਆ ਜਾਂਦਾ ਕਿ ਲੋਕੀ ਕੀ ਕਹਿਣਗੇ, ਔਰ ਉਹਦੇ ਪਿੱਛੇ ਅਸੀਂ ਲੱਗ ਜਾਂਦੇ ਹਾਂ ਔਰ ਉਹਦੇ ਵਜ੍ਹਾ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਬੜੇ ਜਿਹੜੇ ਅਹਿਮ ਫੈਸਲੇ ਨੇ, ਜਿਹੜੇ ਅਸੀਂ ਚੰਗੇ ਤੌਰ 'ਤੇ ਕਰਨ ਜਾ ਰਹੇ ਹੁੰਦੇ ਹਾਂ, ਉਸ ਲਫ਼ਜ਼ ਦੇ ਪਿੱਛੇ ਅਸੀਂ ਆ ਕੇ ਆਪਣੇ ਫੈਸਲੇ ਨੂੰ ਬਦਲ ਕੇ ਆਪਣੀ ਜ਼ਿੰਦਗੀ ਦਾ ਫੈਸਲਾ ਬਦਲ ਦਿੰਦੇ ਹਾਂ, ਫਿਰ ਸਾਰੀ ਜ਼ਿੰਦਗੀ ਦਾ ਪਛਤਾਵਾ ਬਣ ਜਾਂਦੇ ਨੇ। ਮੈਨੂੰ ਲੱਗਦਾ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੋਏਗੀ। ਅਗਰ ਨਹੀਂ ਹੋਈ ਤਾਂ ਬੜੇ ਖੁਸ਼ਕਿਸਮਤ ਹੋ, ਔਰ ਆਇੰਦਾ ਵਾਸਤੇ ਵੀ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਮੇਰੇ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਰਹੇ ਹੋ, ਔਰ ਜਿਨ੍ਹਾਂ ਨਾਲ ਹੋਈ ਹੈ ਉਹ ਬਜਾਏ ਪਛਤਾਣ ਦੇ ਉਹ ਹੁਣ ਅੱਗੋਂ ਇਹਤਿਆਤ ਕਰਨ। ਠੀਕ ਹੈ, ਆਓ ਇਸ ਦੇ ਤੇ ਗੱਲ ਕਰਨੇ। ਮੇਰੇ ਹਿਸਾਬ ਨਾਲ 4 ਕਿਸਮ ਦੇ ਜਿਹੜੇ ਨੇ ਫੈਕਟਰ ਨੇ ਖਾਸ ਤੌਰ 'ਤੇ, ਉਹ ਇਹਨਾਂ ਗੱਲਾਂ ਪਿੱਛੇ ਮੁਤਾਸਰ ਹੁੰਦੇ ਨੇ ਜਾਂ ਨੁਕਸਾਨਦੇਹ ਸਾਨੂੰ ਪਹੁੰਚਾਉਂਦੇ ਨੇ। ਪਹਿਲਾ ਜਿਹੜੀ ਚੀਜ਼ ਹੈ, ਸਭ ਤੋਂ ਪਹਿਲੀ ਚੀਜ਼ ਹੈ, ਉਹ ਹੈਗਾ ਨਫਸਿਆਤੀ ਤੌਰ 'ਤੇ। ਨਫਸਿਆਤੀ ਤੌਰ 'ਤੇ ਸਾਨੂੰ ਇਸ ਲਫ਼ਜ਼ ਨੇ ਇਤਨਾ ਕੁ ਜ਼ਿਹਨੀ ਤੌਰ 'ਤੇ ਕਮਜ਼ੋਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਫੈਸਲੇ ਅੱਛੇ ਕਰਨਾ ਚਾਹੁੰਦੇ ਹੋਏ ਹਾਂ ਵੀ ਅਸੀਂ ਨਹੀਂ ਕਰ ਪਾਉਂਦੇ, ਔਰ ਅਸੀਂ ਇਸ ਲਫ਼ਜ਼ ਦਾ ਜਿਹੜਾ ਸਹਾਰਾ ਹੈ ਕਿ ਲੋਕੀ ਕੀ ਕਹਿਣਗੇ, ਇਹਦੇ ਪਿੱਛੇ ਛੁਪਣ ਦੀ ਕੋਸ਼ਿਸ਼ ਕਰਨੀ ਹੈ, ਔਰ ਇਹਦੇ ਪਿੱਛੇ ਛੁਪਦੇ ਅਸੀਂ ਆਪਣੇ ਫੈਸਲੇ ਜਿਹੜੇ ਨੁਕਸਾਨ ਦੇ ਰਸਤਿਆਂ ਵੱਲ ਚੱਲਦੇ ਕਰਨੇ ਆ, ਜਿਹਦੀ ਵਜ੍ਹਾ ਤੋਂ ਸਾਨੂੰ ਸਾਰੀ ਜ਼ਿੰਦਗੀ ਵਾਸਤੇ ਉਹਨਾਂ ਦੇ ਨੁਕਸਾਨ ਨੂੰ ਬਰਦਾਸ਼ਤ ਕਰਨਾ ਪੈਂਦਾ, ਪਛਤਾਵਾ ਦੇਖਣਾ ਪੈਂਦਾ, ਔਰ ਲੋਕਾਂ ਦੀਆਂ ਫਿਰ ਵੀ ਗੱਲਾਂ ਸੁਣਨੀਆਂ ਪੈਂਦੀਆਂ ਨੇ। ਜਿਨ੍ਹਾਂ ਲੋਕਾਂ ਨੇ ਸਾਨੂੰ ਇਹ ਕਿਹਾ ਹੁੰਦਾ ਹੈ ਕਿ ਲੋਕੀ ਕੀ ਕਹਿਣਗੇ, ਉਹੀ ਲੋਕੀ ਫਿਰ ਤੁਹਾਨੂੰ ਉਹ ਕਿਸੇ ਨਾ ਕਿਸੇ ਰੰਗ ਜਿਹੜੀ ਗੱਲਾਂ ਜਿਹੜੀਆਂ ਤੁਹਾਨੂੰ ਕਰ ਰਹੇ ਨੇ। ਇਸ ਲਈ ਬਿਹਤਰ ਹੈ ਕਿ ਜਿਹੜਾ ਅਸੀਂ ਨਫਸਿਆਤੀ ਤੌਰ 'ਤੇ, ਜ਼ਿਹਨੀ ਤੌਰ 'ਤੇ, ਸਾਈਕੋਲੋਜੀ ਜੋ ਵੀ ਅਸੀਂ ਅੱਲਾਹ ਤਾਲਾ ਨੇ ਸਾਨੂੰ ਸਲਾਹੀਤਾਂ ਦਿੱਤੀਆਂ ਨੇ, ਅਸੀਂ ਉਹਦੇ ਅੰਦਰ ਰਹਿੰਦੇ ਹਾਂ, ਉਹਦੇ ਮੁਤਾਬਕ ਜੋ ਵੀ ਫੈਸਲਾ ਕਰਨੇ ਆ, ਸਾਨੂੰ ਆਪਣੀ ਜ਼ਿਹਨੀ ਨਸ਼ੋ ਨੁਮਾ ਦੀ ਤਰਫ ਤੋਂ ਜੋ ਦੇਣੀ ਚਾਹੀਦੀ ਹੈ, ਬਜਾਏ ਦੇ ਕਿ ਅਸੀਂ ਲੋਕਾਂ ਦੇ ਪਿੱਛੇ ਲੱਗ ਜਾਈਏ। ਦੂਸਰਾ ਜਿਹੜਾ ਨੁਕਸਾਨ ਹੁੰਦਾ ਮਾਸ਼ਰਤੀ ਤੌਰ 'ਤੇ, ਯਾਨੀ ਕਿ ਮਾਸ਼ਰੇ ਦੇ ਵਿੱਚ ਇਹ ਚੀਜ਼ਾਂ ਜਦੋਂ ਚੱਲ ਰਹੀਆਂ ਹੁੰਦੀਆਂ ਨੇ, ਅਸੀਂ ਉਹ ਤਕਲੀਦ ਕਰਨੀ ਸ਼ੁਰੂ ਕਰ ਦਿੰਦੇ ਹਾਂ, ਅੰਧੀ ਤਕਲੀਦ ਜਿਹਨੂੰ ਕਹਿੰਦੇ ਹਾਂ ਕਿ ਲੋਕੀ ਕੀ ਕਹਿਣਗੇ, ਫਲਾਣੇ ਨੇ ਇੰਝ ਕੀਤਾ ਤਾਂ ਅਸੀਂ ਵੀ ਇੰਝ ਕਰ ਲਈਏ, ਫਲਾਣੇ ਨੇ ਇੰਝ ਨਹੀਂ ਕੀਤਾ ਤਾਂ ਅਸੀਂ ਵੀ ਇੰਝ ਨਹੀਂ ਕਰਦੇ। ਦੇਖੋ, ਅਸੀਂ ਇਸ ਮਾਸ਼ਰੇ ਦੇ ਵਿੱਚ ਰਹਿਣਾ ਹੈ ਔਰ ਇਸ ਮਾਸ਼ਰੇ ਦੀ ਜ਼ਿੰਦਗੀ ਗੁਜ਼ਾਰਨੀ ਹੈ, ਲੇਕਿਨ ਜਿਹੜੀਆਂ ਅੱਛੀਆਂ ਗੱਲਾਂ ਨੇ ਉਹਨਾਂ ਦੀ ਸਾਨੂੰ ਨਕਲ ਕਰਨੀ ਚਾਹੀਦੀ ਹੈ, ਤਕਲੀਦ ਕਰਨੀ ਚਾਹੀਦੀ ਹੈ, ਜਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਲੇਕਿਨ ਜਿਹੜੀਆਂ ਮਾਸ਼ਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਮਜ਼ੋਰ ਗੱਲਾਂ ਨੇ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਕੋਈ ਹਾਸਲ ਨਹੀਂ, ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਜ਼ਿੰਦਗੀ, ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਕਿਉਂ ਖਰਾਬ ਕਰੀਏ। ਠੀਕ ਹੈ, ਇਸ ਲਈ ਮਾਸ਼ਰਤੀ ਤੌਰ 'ਤੇ ਵੀ ਅਸੀਂ ਜਿਹੜੇ ਕਮਜ਼ੋਰ ਹੋ ਜਾਂਦੇ ਹਾਂ ਕਿ ਅਸੀਂ ਜਿਹਨੂੰ ਕਹਿੰਦੇ ਨੇ ਕਾਪੀ ਕਰਨਾ ਇੰਗਲਿਸ਼ ਦੇ ਵਿੱਚ, ਅਸੀਂ ਨਕਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਕਲ ਦੇ ਵਿੱਚ ਅਸੀਂ ਜਿਹੜਾ ਨਾ ਅਕਲ ਨਹੀਂ ਇਸਤੇਮਾਲ ਕਰਦੇ। ਸਾਨੂੰ ਉੱਥੇ ਅਕਲ ਇਸਤੇਮਾਲ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਕੋਈ ਕੰਮ ਦੀਆਂ ਫਾਇਦੇ ਦੀਆਂ ਗੱਲਾਂ ਨੇ ਅਸੀਂ ਉਹਨਾਂ ਨੂੰ ਦੇਖੀਏ, ਜਿਹੜੀਆਂ ਫਜ਼ੂਲ ਗੱਲਾਂ ਨੇ ਉਹਨਾਂ ਦਾ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਲੋਕੀ ਜੋ ਕਹਿੰਦੇ ਨੇ ਕਹਿੰਦੇ ਰਹਿਣ, ਉਹਨਾਂ ਦੇ ਫਿਰ ਵੀ ਕਹਿਣਾ। ਤੁਸੀਂ ਟਰਾਈ ਕਰਕੇ ਦੇਖੀ ਹੋਏਗੀ, ਤੁਸੀਂ ਜਿਹੜੇ ਉਹਨਾਂ ਦੇ ਸੋਚ ਦੇ ਮੁਤਾਬਕ ਜਾਂ ਉਹਨਾਂ ਦਾ ਡਰ ਜਾਂ ਉਹਨਾਂ ਦਾ ਨਫਸਿਆਤੀ ਅਸਰ ਜ਼ਿਹਨ 'ਚ ਰੱਖ ਕੇ ਔਰ ਮਾਸ਼ਰੇ ਦੀ ਨਕਲ ਕਰਦੇ ਆ ਜੋ ਕੋਸ਼ਿਸ਼ ਕੀਤੀ, ਉਸ ਤੋਂ ਬਾਵਜੂਦ ਵੀ ਗੱਲਾਂ ਹੋਈਆਂ। ਮੈਂ ਤੁਹਾਨੂੰ ਇਹਦਾ ਲਤੀਫਾ ਹੀ ਕਹਿਣਾ ਚਾਹੀਦਾ, ਸੁਣਾ ਦਿੰਦੇ। ਇੱਕ ਬੰਦੇ ਨੇ ਬੜੇ ਅੱਛੇ ਖਾਣੇ ਬਣਾਏ, ਉਹਨੇ ਸ਼ਾਦੀ ਦੇ ਉੱਤੇ ਆਪਣੇ ਰਿਸ਼ਤੇਦਾਰ ਦੋ ਸਾਰੇ ਬੁਲਾਏ, ਲੇਕਿਨ ਜਿਹੜੇ ਵਿੱਚੋਂ ਤਨਕੀਦ ਕਰਨ ਵਾਲੇ ਜਾਂ ਲੋਕੀ ਕੀ ਕਹਿਣਗੇ ਵਾਲੇ ਜਿਹੜੇ ਲੋਕ ਸਨ, ਉਹ ਵੀ ਸ਼ਾਮਲ ਸਨ ਉਹਦੇ ਵਿੱਚ, ਔਰ ਉਹਨਾਂ ਨੇ ਦੇਖਿਆ ਕਿ ਹਰ ਚੀਜ਼ ਬੜੀ ਪਰਫੈਕਟ ਹੈ, ਸਭ ਚੀਜ਼ਾਂ, ਕੋਈ ਉਹਦੇ 'ਤੇ ਤਨਕੀਦ ਕਰਨ ਦੀ ਗੁੰਜਾਇਸ਼ ਨਹੀਂ ਬਚਦੀ। ਲੇਕਿਨ ਕਿਸੇ ਸਾਲਣ ਦੇ ਵਿੱਚ ਜਾਂ ਕਿਸੇ ਡਿਸ਼ ਦੇ ਵਿੱਚ ਥੋੜ੍ਹਾ ਜਿਹਾ ਨਮਕ ਜ਼ਿਆਦਾ ਸੀਗਾ। ਉਹ ਉਸ ਬੰਦੇ ਨੇ ਉਹਨੂੰ ਡਾਇਰੈਕਟਲੀ ਤਾਂ ਨਹੀਂ ਕਿਹਾ, ਲੇਕਿਨ ਇਨਡਾਇਰੈਕਟਲੀ ਉਹਨੇ ਕਿਹਾ ਜੀ ਤੁਹਾਡਾ ਤੇ ਲੱਖਾਂ ਦਾ ਤੇ ਤੁਹਾਡਾ ਲੂਣ ਹੀ ਲੱਗ ਗਿਆ। ਯਾਨੀ ਕਿ ਉਹ ਕਹਿਣਾ ਚਾਹੁੰਦਾ ਸੀ ਕਿ ਉਸ ਫਲਾਣੀ ਡਿਸ਼ ਦੇ ਵਿੱਚ ਨਮਕ ਕਿੰਨਾ ਜ਼ਿਆਦਾ ਸੀਗਾ। ਹੁਣ ਦੇਖੋ, ਗੱਲ ਕਰਨ ਵਾਲੇ ਨੇ ਗੱਲ ਕਰ ਦਿੱਤੀ, ਠੀਕ ਹੈ ਨਾ। ਤੇ ਲੋਕੀ ਕੀ ਕਹਿਣਗੇ, ਲੋਕਾਂ ਨੂੰ ਕਹਿਣ ਦਿਓ ਜੇ ਕਹਿੰਦੇ ਨੇ। ਤੁਹਾਨੂੰ ਇਸ ਪਰਵਾਹ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਨਫਸਿਆਤੀ ਆਪਣੇ ਆਪ ਨੂੰ ਕਮਜ਼ੋਰ ਨਾ ਕਰੋ, ਮਾਸ਼ਰਤੀ ਤੌਰ 'ਤੇ ਹੱਦ ਦੇ ਪਿੱਛੇ ਨਾ ਲੱਗੋ। ਤੀਸਰਾ ਜਿਹੜਾ ਨੁਕਸਾਨ ਹੁੰਦਾ ਉਹ ਹੁੰਦਾ ਮਾਸ਼ੀ ਤੌਰ 'ਤੇ। ਅਸੀਂ ਜਦੋਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਪਿੱਛੇ ਲੱਗਨੇ ਆ, ਅਸੀਂ ਆਪਣੇ ਮਾਲੀ ਨੁਕਸਾਨ ਵੀ ਕਰਨਾ ਸ਼ੁਰੂ ਕਰਦੇ ਹਾਂ। ਮਿਸਾਲ ਮੈਂ ਦਿੰਦਾ, ਵਿਆਹਾਂ 'ਤੇ ਲੈ ਲਓ, ਠੀਕ ਹੈ। ਘਰੋਂ ਮਤਲਬ ਘਰ ਵਾਲੀ ਨਹੀਂ ਕਹਿਣੀ ਨਹੀਂ ਫਲਾਣੇ ਦੇ ਪੁੱਤਰ ਦੇ ਵਿਆਹ ਦੇ ਉੱਤੇ ਇਹ ਕੁਛ ਬਣਿਆ ਸੀ, ਇਹ ਬਣਿਆ ਸੀ, ਅਸੀਂ ਸਾਡੀ ਨੱਕ ਕੱਟ ਜਾਏਗੀ, ਲੋਕੀ ਕੀ ਕਹਿਣਗੇ, ਅਸੀਂ ਵੀ ਇੰਨਾ ਮਤਲਬ ਅਸੀਂ ਫਲਾਣਾ ਖਾਣਾ ਬਣਾਵਾਂਗੇ, ਫਲਾਣੇ ਹਾਲ 'ਚ ਅਸੀਂ ਕਰਾਂਗੇ। ਹੁਣ ਉਹਦੀ ਤੁਹਾਡੀ ਗੁੰਜਾਇਸ਼ ਹੈ ਮੈਂ ਨਹੀਂ ਹੈ, ਤੁਸੀਂ ਲੋਕੀ ਕੀ ਕਹਿਣ ਦੇ ਚੱਕਰ ਦੇ ਵਿੱਚ ਆਪਣਾ ਤੁਸੀਂ ਮਾਲੀ ਤੌਰ 'ਤੇ ਇਤਨਾ ਆਪਣੇ ਆਪ 'ਤੇ ਬੋਝ ਅਸੀਂ ਪਾ ਲੈਂਦੇ ਹਾਂ, ਜਿਹੜਾ ਫਿਰ ਬਾਅਦ 'ਚ ਸਾਡੇ 'ਤੇ ਕਰਜ਼ੇ ਜਿਹੜੇ ਨੇ ਇੰਨੇ ਚੜ੍ਹ ਜਾਂਦੇ ਨੇ, ਫਿਰ ਅਸੀਂ ਲਾਂਦਿਆਂ ਸਾਰੀ ਉਮਰ ਸਾਡੀ ਜ਼ਿੰਦਗੀ ਦਾ ਯਾਨੀ ਕਿ ਮਜ਼ਾ ਜਿਹੜਾ ਨਾ ਅਸੀਂ ਉਹ ਖਰਾਬ ਕਰ ਬੈਠਦੇ ਹਾਂ। ਤੇ ਮਾਸ਼ੀ ਤੌਰ 'ਤੇ ਵੀ ਇਸ ਤੋਂ ਇਲਾਵਾ ਵੀ ਬੇਸ਼ੁਮਾਰ ਮਿਸਾਲਾਂ ਨੇ, ਲੇਕਿਨ ਮੈਂ ਪ੍ਰੋਗਰਾਮ ਛੋਟਾ ਰੱਖਣਾ ਚਾਹੁੰਦਾ ਹਾਂ। ਸਿਰਫ ਤੁਹਾਨੂੰ ਇੱਕ ਹਿੰਟ ਦੇਣਾ ਚਾਹੁੰਦਾ ਹਮੇਸ਼ਾ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਇਹਨਾਂ ਗੱਲਾਂ ਤੋਂ ਸਾਨੂੰ ਛੁਟਕਾਰਾ ਲੈਣਾ। ਹੁਣ ਰਹਿ ਗਈ ਚੌਥੀ ਗੱਲ, ਦੀਨੀ ਤੌਰ 'ਤੇ। ਦੇਖੋ, ਸਾਡਾ ਤਵੱਕਲ ਆਪਣੇ ਰੱਬ 'ਤੇ ਹੋਣਾ ਚਾਹੀਦਾ।
ਅਸੀਂ ਆਪਣੇ ਰੱਬ ਤੇ ਤਵੱਕਲ ਕਰਨੇ, ਇਨਸਾਨਾਂ ਤੇ ਨਹੀਂ ਕਰਦੇ। ਹਾਂ, ਉਹ ਕੰਮ ਅਸੀਂ ਨਾ ਕਰੀ ਜਿਹਦੇ ਸਾਡਾ ਰੱਬ ਨਾਰਾਜ਼ ਹੋਵੇ ਜਾਂ ਸਾਡਾ ਰੱਬ ਸਾਨੂੰ ਕੀ ਕਹੇਗਾ, ਠੀਕ ਹੈ। ਉਸ ਚੀਜ਼ ਨੂੰ ਅਗਰ ਅਸੀਂ ਪੇਸ਼ ਨਜ਼ਰ ਰੱਖ ਕੇ, ਜੋ ਵੀ ਤੁਹਾਡਾ ਬਲੀਵ ਹੈ, ਜੋ ਵੀ ਤੁਹਾਡਾ ਧਰਮ ਹੈ, ਤੁਸੀਂ ਆਪਣੇ ਧਰਮ ਦੀਆਂ ਅੱਛੀਆਂ ਗੱਲਾਂ ਨੂੰ ਆਪਣੇ ਜ਼ਿਹਨ 'ਚ ਰੱਖ ਕੇ, ਸਾਹਮਣੇ ਰੱਖ ਕੇ ਤੁਸੀਂ ਉਹ ਅੱਛੇ ਕੰਮ ਕਰੋ ਜਿਹਦੇ ਤੁਹਾਡਾ ਧਰਮ ਜਾਂ ਤੁਹਾਡਾ ਰੱਬ ਜਾਂ ਸਾਡਾ ਰੱਬ ਜਿਹੜਾ ਰਾਜ਼ੀ ਹੋਵੇ, ਔਰ ਜਿਹਦੇ ਸਾਡਾ ਰੱਬ ਨਾਰਾਜ਼ ਹੋਵੇ, ਉਹ ਕੰਮ ਨਹੀਂ ਕਰਨੇ ਚਾਹੀਦੇ। ਦੁਨੀਆ ਦਾ ਕੀ ਹੈ, ਦੁਨੀਆ ਤੇ ਰਾਜ਼ੀ ਹੋ ਜਾਂਦੀ ਹੈ, ਦੁਨੀਆ ਨਾਰਾਜ਼ ਵੀ ਹੋ ਜਾਂਦੀ ਹੈ। ਦੁਨੀਆ 1 ਮਿੰਟ ਦਾ 2 ਮਿੰਟ ਦਾ ਖੇਡ ਹੈਗੀ ਹੈ, ਔਰ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਦੀਨੀ ਔਰ ਆਪਣੇ ਮਾਲੀ ਔਰ ਮਾਸ਼ੀ ਔਰ ਨਫਸਿਆਤੀ ਅਸੀਂ ਨੁਕਸਾਨ ਕਰਨੇ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਮੇਰੀ ਅੱਜ ਦੀ ਇਸ ਗੁਫ਼ਤਗੂ ਦਾ ਵਿੱਚ ਸਿਰਫ ਤੁਹਾਨੂੰ ਆਪਣੇ ਵਾਸਤੇ ਵੀ ਔਰ ਤੁਹਾਨੂੰ ਵੀ ਇਹ ਪੈਗਾਮ ਹੈ ਕਿ ਦੁਨੀਆ ਕੀ ਕਹੇਗੀ, ਲੋਕੀ ਕੀ ਕਹਿਣਗੇ, ਇਸ ਚੱਕਰ ਦੇ ਵਿੱਚ ਸਾਨੂੰ ਨਿਕਲਣਾ ਚਾਹੀਦਾ। ਆਪਣੇ ਬੱਚਿਆਂ ਨੂੰ ਕੱਢਣਾ ਚਾਹੀਦਾ, ਆਪਣੇ ਆਪ ਨੂੰ ਕੱਢਣਾ ਚਾਹੀਦਾ, ਔਰ ਮਾਸ਼ਰੇ ਨੂੰ ਇੱਕ ਮਾਡਰਨ ਰਸਤੇ ਤੇ ਲੈ ਕੇ ਜਾਣਾ ਚਾਹੀਦਾ, ਔਰ ਜਿਹਦੇ ਵਿੱਚ ਸਾਡੀ ਭਲਾਈ ਹੋਵੇ, ਜਿਹਦੇ ਸਾਡੀ ਤਰੱਕੀ ਹੋਵੇ, ਕਾਮਯਾਬੀ ਹੋਵੇ, ਸਾਡਾ ਰੱਬ ਰਾਜ਼ੀ ਹੋਵੇ, ਜਿਹਦੇ ਸਾਡੇ ਮਾਲੀ ਨੁਕਸਾਨਾਤ ਨਾ ਹੋਣ, ਅਸੀਂ ਲੋਕਾਂ ਦੇ ਪਿੱਛੇ ਚੱਲਣ ਵਾਲੇ ਨਾ ਹੋਈਏ, ਆਪਣੀ ਜ਼ਿਹਨੀ ਨਫਸਿਆਤੀ ਜਿਹੜੀਆਂ ਕੋਸ਼ਿਸ਼ਾਂ ਨੇ ਜਾਂ ਸਲਾਹੀਤਾਂ ਉਹਨੂੰ ਦਬਾਉਣ ਨਾ ਹੋਈਏ। ਮੈਂ ਉਮੀਦ ਕਰਨਾ ਵਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਪੈਗਾਮ ਜਿਹੜਾ ਪਹੁੰਚਿਆ ਉਹ ਤੁਹਾਡੇ ਸੇ ਫਾਇਦੇਮੰਦ ਹੋਏਗਾ। ਮਿਲਨੇ ਅਗਲੀ ਵੀਡੀਓ ਤੱਕ। ਨਾਸਰ ਤਾਰੜ ਨੂੰ ਇਜਾਜ਼ਤ ਦਿਓ। ਰੱਬ ਰੱਖਾ।